सतनाम धन वाहिगुरु साहिब जियो। हर जियो गुफा अंदर रख के वाजा पवन बजाया। वजाया वाजा पौन नौ दुआरे प्रगट किए। दसवां गुप्त रखाया। गुरद्वारे लाए पावनी इकना दसवां द्वार दिखाया। तह अनेक रूप नौ नवनिध तिसदा अंत ना जाई पाया। कह नानक हर प्यारे जियो गुफा अंदर रख के वाजा पवन बजाया। कह नानक हर प्यारे जियो गुफा अंदर रख के वाजा पवन बजाया। परम सन्मानयोग चवर छत्र तखत दे मालक धन धन साहिब श्री गुरु ग्रंथ साहिब पातशाह जी सतगुरां दी पावन पवित्र निगी गोद अंदर सुभाईमान गुरु स्वरूप गुरु प्यारी साध संगत जियो। सतगुरां ने अपार किरपा कीती है। इन्हां पावन दीवाना अंदर सतगुर की अमृतमयी बाणी इलाही बाणी दे कीर्तन आप जी गुरु सवारियां पासों बड़े प्यार और बड़ी एकाग्रता नाल सरवण कर रहे सो। धन धन गुरु अमरदास पातशाह जी जिन्हां दी पावन मुबारक पवित्र रचना तो उच्चारण कीते अमृत बचन आनंद साहिब जी दी पावन अमृत बाणी दे अंदरों अज विचार अधीन 38 नंबर पौड़ी जो साहिब श्री गुरु ग्रंथ साहिब पातशाह जी दे पावन 922 अंग ते सुभाईमान है। साध संगत आप जी ने बड़े प्यार नाल सरवण कीती है। आओ इन्हां अमृत बचनां नूं गुरु दी किरपा नाल सतगुर दी बख्शिश दे नाल आपां रल मिल के समझण दा यतन करिए। आप जितने तन सतगुरां दी गोद विच जुड़ बैठे हो करो किरपा सतगुरां दी बख्शी होई फतेह प्रवान करो जी। देहो असीस वाहिगुरू जी का खालसा वाहिगुरू जी की फतेह। धन धन गुरु अमरदास पातशाह जी सतगुरां ने किरपा कीती है। इस पावन पौड़ी दे अंदर बहुत गंभीर विषय दे उपर सतगुर ने चर्चा कीती है। या यूं कह लो मनुखी जीवन का एक ऐसा चैप्टर एक ऐसा अध्याय जिन्हों सदियां तो मनुख समझण दा यतन कर रहे हैं। जिस विषय नूं लैके मनुख दे मन अंदर सदियां तो बड़े भरम पैदा किए गए अज भी बड़े भरम पैदा किए जा रहे हैं। क्योंकि जिहड़ी चीज साध संगत जी प्रतख नज़र आवे उस चीज नूं बंदा कोई ना कोई एग्जाम्पल दे के उस चीज़ नूं समझा सकता है।
9 ਦੁਆਰਿਆਂ ਦਾ ਜ਼ਿਕਰ ਬਾਣੀ ਵਿੱਚ ਆਇਆ, ਪ੍ਰਤੱਖ ਨਜ਼ਰ ਆ ਰਹੇ ਨੇ। ਇਹ 2 ਅੱਖਾਂ, 2 ਕੰਨ, 2 ਨਾਸਿਕਾ, 1 ਮੂੰਹ, ਇਹ ਗਿਆਨ ਇੰਦਰੇ ਜਿਹੜੇ ਨੇ, ਕਰਮ ਇੰਦਰੇ ਜਿਹੜੇ ਨੇ, ਬੰਦੇ ਨੂੰ ਬਾਹਰ ਮੁਖੀ ਨਜ਼ਰ ਆ ਰਹੇ ਨੇ। ਇਹਨਾਂ ਦੁਆਰਾ ਕੀਤਾ ਹੋਇਆ ਕਰਮ ਵੀ ਬੰਦੇ ਨੂੰ ਨਜ਼ਰ ਆ ਰਿਹਾ ਹੈ। ਅੱਖਾਂ ਦਾ ਕਰਮ ਹੈ ਦ੍ਰਿਸ਼ਟ ਵੇਖਣਾ, ਕੰਨਾਂ ਦਾ ਕਰਮ ਹੈ ਸੁਣਨਾ, ਜੇਬਾ ਦਾ ਕਰਮ ਹੈ ਬੋਲਣਾ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਕਰਮਾਂ ਦਾ ਜ਼ਿਕਰ ਬਾਣੀ ਦੇ ਅੰਦਰ ਵੀ ਇਸ ਤੋਂ ਪਹਿਲਾਂ ਸਾਡੇ ਸਾਹਮਣੇ ਰੱਖਿਆ। ਹਾਲਾਂਕਿ ਸਤਿਗੁਰ ਨੇ ਕਿਰਪਾ ਕਰਕੇ ਉੱਥੇ ਇਹਨਾਂ ਨੂੰ ਇਹਨਾਂ ਦੇ ਮੰਤਵ ਦੇ ਨਾਲ ਜੋੜਿਆ ਵੀ ਤੁਹਾਡਾ ਮੰਤਵ ਕੀ ਹੈ ਤੇ ਤੁਸੀਂ ਸੰਸਾਰ ਦੇ ਅੰਦਰ ਇਸ ਸਰੀਰ ਦੇ ਨਾਲ ਲੱਗ ਕੇ ਕਰ ਕੀ ਰਹੇ ਹੋ। ਇਸੇ ਤਰ੍ਹਾਂ ਸਤਿਗੁਰ ਨੇ ਅੱਜ ਕਿਰਪਾ ਕੀਤੀ ਹੈ। 9 ਦੁਆਰਿਆਂ ਤੋਂ ਬਾਅਦ ਸਤਿਗੁਰ ਨੇ 10ਵੇਂ ਦੁਆਰੇ ਦਾ ਜ਼ਿਕਰ ਕੀਤਾ ਹੈ। ਔਰ 10ਵੇਂ ਦੁਆਰ ਦੀ ਗੱਲ ਜਦੋਂ ਵੀ ਚੱਲਦੀ ਹੈ, ਇਸ ਪ੍ਰਥਾਏ ਮਨੁੱਖ ਦੇ ਮਨ ਵਿੱਚ ਬਹੁਤ ਸਾਰੇ ਭਰਮ ਪੈਦਾ ਕੀਤੇ ਗਏ ਔਰ ਕੀਤੇ ਜਾ ਰਹੇ ਨੇ। ਮਨੁੱਖ ਨੂੰ ਸਿਰਫ ਕਿਸੇ ਬਾਹਰਮੁਖੀ ਨਾਦ ਨਾਲ ਜੋੜਿਆ ਗਿਆ। ਜਿਵੇਂ ਇਹ ਕਹਿ ਦੇਣਾ ਵੀ ਆਪਣੇ ਅੱਖਾਂ ਬੰਦ ਕਰ ਲਵੋ, ਆਪਣੇ ਕੰਨਾਂ ਦੇ ਵਿੱਚ ਉਂਗਲਾਂ ਦੇ ਲਵੋ, ਫਿਰ ਤੁਹਾਨੂੰ ਅੰਦਰੋਂ ਇੱਕ ਆਵਾਜ਼ ਸੁਣਾਈ ਦੇਗੀ। ਉਹ ਆਵਾਜ਼ ਜਿਹੜੀ ਤੁਹਾਨੂੰ ਸੁਣਾਈ ਦੇ ਰਹੀ ਹੈ, ਉਹ ਤੁਹਾਡੇ 10ਵੇਂ ਦੁਆਰ ਦੀ ਆਵਾਜ਼ ਹੈ। ਗੁਰਦੇਵ ਪਿਤਾ ਜੀ ਨੇ ਬਾਣੀ ਦੇ ਅੰਦਰ ਬੜਾ ਪਿਆਰਾ ਜ਼ਿਕਰ ਵੀ ਕੀਤਾ ਹੈ। ਬਾਬਾ ਨਾਨਕ ਜੀ ਕਹਿੰਦੇ ਨੇ, ਥਾਂ ਨਸ਼ਟ ਜਗ ਪ੍ਰਿਸ਼ਟ ਹੋਏ, ਡੂਬਤਾ ਇਮ ਜਗ, ਅੱਖੀਂ ਤਾਂ ਮਿਟੈ ਨਾਕ, ਪਕੜੈ ਠੱਗਣ ਕੋ ਸੰਸਾਰ। ਪਾਤਸ਼ਾਹ ਕਹਿੰਦੇ ਨੇ ਅੱਖਾਂ ਬੀਟ ਲੈਣੀਆਂ, ਉਂਗਲਾਂ ਕੰਨਾਂ ਦੇ ਵਿੱਚ ਦੇ ਲੈਣੀਆਂ, ਤੇ ਫਿਰ ਇਹ ਕਹਿਣਾ ਵੀ ਜਿਹੜੀ ਆਵਾਜ਼ ਸੁਣਾਈ ਦੇ ਰਹੀ ਹੈ ਉਹ 10ਵੇਂ ਦੁਆਰ ਦੀ ਆਵਾਜ਼ ਹੈ। ਔਰ ਜਿਸ ਬੰਦੇ ਨੂੰ ਇਹ ਆਵਾਜ਼ ਸੁਣਾਈ ਦੇਣੀ, ਉਹਨੇ ਬੜਾ ਖੁਸ਼ ਹੋ ਕੇ ਕਹਿ ਦੇਣਾ। ਵੈਸੇ 10ਵੇਂ ਦੁਆਰ ਦੀ ਫਿਲਾਸਫੀ ਜਿਹੜੀ ਹੈ, ਜੋ ਸੰਸਾਰ ਅੰਦਰ ਜਿਨ੍ਹਾਂ ਭਰਮਾਂ ਵਿੱਚ ਮਨੁੱਖ ਪਿਆ ਹੋਇਆ ਹੈ, ਇਹ ਗੁਰਮਤ ਫਿਲਾਸਫੀ ਨਹੀਂ, ਇਹ ਅਸਲ ਵਿੱਚ ਜੋਗ ਮਤ ਦੀ ਫਿਲਾਸਫੀ ਹੈ। ਜੋਗ ਮਤ ਦੇ ਅੰਦਰ ਹੈ। ਸਤਿਗੁਰ ਨੇ ਜਿਹੜੇ 10ਵੇਂ ਦੁਆਰ ਦੀ ਗੱਲ ਕੀਤੀ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਪਿਆਰੇ ਅਰਥ ਕੀਤੇ ਨੇ। ਉਹਨਾਂ ਨੇ ਜਦੋਂ 10ਵੇਂ ਦੁਆਰ ਦੀ ਗੱਲ ਕੀਤੀ ਤੇ ਉਹਨਾਂ ਨੇ ਭਾਵ ਰੂਪ ਵਿੱਚ ਇਹਨੂੰ ਕਿਹਾ ਦਿਮਾਗ ਜਾਂ ਮਨੁੱਖ ਦੀ ਵਿਚਾਰ ਸ਼ਕਤੀ। 9 ਦੁਆਰੇ ਬੰਦੇ ਦੇ ਪ੍ਰਤੱਖ ਨੇ, ਨਜ਼ਰ ਆ ਰਹੇ ਨੇ, ਪਰ ਇਸ ਦਿਮਾਗ ਅੰਦਰ ਬੰਦੇ ਦੀ ਜਿਹੜੀ ਵਿਚਾਰ ਸ਼ਕਤੀ ਹੈ, ਇਸ ਦਾ ਕਿਸੇ ਨੂੰ ਨਹੀਂ ਪਤਾ ਵੀ ਅੰਦਰ ਕੀ ਚੱਲ ਰਿਹਾ। ਇਹਦਾ ਕਿਸੇ ਨੂੰ ਨਹੀਂ ਪਤਾ, ਪਰ ਇਹਨੂੰ ਬਦਲਿਆ ਜਾ ਸਕਦਾ, ਜਾਂ ਇਹਨੂੰ ਪ੍ਰਗਟ ਕੀਤਾ ਜਾ ਸਕਦਾ, ਜਾਂ ਇਹਨੂੰ ਤਬਦੀਲ ਕੀਤਾ ਜਾ ਸਕਦਾ, ਇਹਨੂੰ ਜਾਣਿਆ ਜਾ ਸਕਦਾ ਹੈ, ਪਰ ਇੱਕੋ ਹੀ ਤਰੀਕੇ ਨਾਲ, ਜੇ ਗੁਰੂ ਦੀ ਮੱਤ ਮਿਲ ਜਾਏ। ਥੋੜਾ ਜਿਹਾ ਇਹਨਾਂ ਬਚਨਾਂ ਨੂੰ ਆਪਾਂ ਬਾਣੀ ਵਿੱਚੋਂ ਸਾਧ ਸੰਗਤ ਸਮਝਣ ਦਾ ਯਤਨ ਕਰੀਏ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। 52 ਅੱਖਰੀ ਦੇ ਅੰਦਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ हे ਮੇਰੇ ਮਾਲਕ, ਮੈਂ ਤੈਨੂੰ 10 ਦਿਸ਼ਾਵਾਂ ਦੇ ਵਿੱਚ ਖੋਜ ਰਿਹਾ ਸਾਂ, ਪਰ ਮੈਨੂੰ 10 ਦਿਸ਼ਾਵਾਂ ਵਿੱਚੋਂ ਤੂੰ ਕਿਸੇ ਪਾਸੋਂ ਨਹੀਂ ਮਿਲਿਆ, ਕਿਉਂਕਿ ਤੂੰ 10 ਦਿਸ਼ਾਵਾਂ ਦੇ ਵਿੱਚ ਤਾਂ ਨਜ਼ਰ ਆਏਗਾ ਜੇ ਤੂੰ ਮੈਨੂੰ ਮੇਰੇ ਮਨ ਵਿੱਚੋਂ ਨਜ਼ਰ ਆ ਜਾਏਗਾ। ਮੈਂ ਤੈਨੂੰ ਆਪਣੇ ਮਨ ਅੰਦਰੋਂ ਕਦੀ ਵੇਖਿਆ ਹੀ ਨਹੀਂ। ਇਹੀ ਕਾਰਨ ਸੀ ਵੀ ਮੈਂ ਬਾਹਰ ਭਟਕਦਾ ਰਿਹਾ, ਬਾਹਰੋਂ ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਮੈਂ ਆਪਣੇ ਨਿੱਜ ਵਿੱਚ ਨਹੀਂ ਵੇਖਿਆ।
ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਢੱਡਾ ਢੂੰਡਤ ਕਹਿ ਫਿਰੈ, ਇਹ ਬੰਦਿਆ ਕਿੱਥੇ ਲੱਭ ਰਿਹਾ? ਢੂੰਡਨ ਇਹ ਆ ਮਨ ਮਾਹੇ, ਜੇ ਲੱਭਣਾ ਹੈ ਤੇ ਤੂੰ ਆਪਣੇ ਮਨ ਵਿੱਚੋਂ ਲੱਭ। ਸੰਗ ਤੁਹਾਰੈ ਪ੍ਰਭ ਬਸੈ, ਉਹ ਜਿਹੜਾ ਕਰਤਾ ਮਾਲਕ ਪਰਮਾਤਮਾ ਹੈ ਉਹ ਤੇਰੇ ਸੰਗ ਤੇਰੇ ਨਾਲ ਵਸਦਾ, ਉਹ ਕਿਤੇ ਬਾਹਰ ਨਹੀਂ ਹੈ। ਬਨ ਬਨ ਕਹਾਂ ਫਿਰਾ ਹੈ, ਬਨ ਬਨ ਦਾ ਮਤਲਬ ਹੈ ਜੰਗਲਾਂ ਦੇ ਅੰਦਰ ਥਾਂ ਥਾਂ ਤੇ ਕਿਉਂ ਭਟਕ ਰਿਹਾ ਹੈ। ਭਾਵ ਉਹ ਕਰਤਾ ਉਹ ਮਾਲਕ ਉਹ ਪਰਮਾਤਮਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਤੇਰੇ ਮਨ ਵਿੱਚ ਹੈ। ਆਓ ਹੁਣ ਦੂਜਾ ਨੁਕਤਾ ਪਾਵਨ ਬਾਣੀ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਧਰਮ ਦੇ ਆਗੂ, ਸਵੇਰੇ ਅੰਮ੍ਰਿਤ ਵੇਲੇ ਤੂੰ ਉੱਠਦਾ ਹੈ ਤੇ ਮਸੀਤ ਵਿੱਚ ਬਹਿ ਕੇ ਇੱਕ ਉੱਚੀ ਆਵਾਜ਼ ਵਿੱਚ ਬਾਂਗ ਦੇਣਾ ਹੈ। ਤੇ ਜੇ ਤੈਨੂੰ ਪੁੱਛਿਆ ਜਾਏ ਵੀ ਤੂੰ ਇਹ ਬਾਂਗ ਕਿਉਂ ਦੇਣਾ ਹੈ ਤੇ ਤੂੰ ਕਹਿੰਦਾ ਵੀ ਇਹ ਬਾਂਗ ਇਹ ਆਵਾਜ਼ ਮੈਂ ਅੱਲਾਹ ਤਾਲਾ ਨੂੰ ਸੁਣਾ ਰਿਹਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਹੇ ਮੁੱਲਾ ਭਾਵ ਧਰਮ ਦੇ ਆਗੂ, ਤੂੰ ਮੁਨਾਰੇ ਤੇ ਬਹਿ ਕੇ ਮਸਜਿਦ ਦੀ ਮੁਨਾਰੇ ਤੇ ਬਹਿ ਕੇ ਉੱਚੀ ਬਾਂਗ ਕਿਉਂ ਦੇਣਾ? ਤੂੰ ਰੱਬ ਨੂੰ ਸੁਣਾਣਾ ਚਾਹਨਾ ਹੈ। ਰੱਬ ਕੋਈ ਬਹਿਰਾ ਥੋੜਾ ਹੈ ਵੀ ਜਿੰਦੇ ਤੱਕ ਤੂੰ ਉੱਚੀ ਆਵਾਜ਼ ਦੇ ਕੇ ਸੁਣਾਣਾ ਚਾਹਨਾ ਹੈ। ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ, ਜਿਸ ਕਰਕੇ ਤੂੰ ਬਾਂਗ ਦੇ ਰਿਹਾ ਹੈ ਉਹ ਬਾਂਗ ਦੇਣ ਦੀ ਜ਼ਰੂਰਤ ਨਹੀਂ। ਦਿਲ ਹੀ ਭੀਤਰ ਜੋਏ, ਉਹ ਤੇ ਤੇਰੇ ਦਿਲ ਦੇ ਭੀਤਰ ਵਸਦਾ ਹੈ, ਤੇਰੇ ਹਿਰਦੇ ਦੇ ਅੰਦਰ ਵਸਦਾ ਹੈ। ਉਹਨੂੰ ਬਾਹਰ ਮੁਖੀ ਉੱਚੀ ਆਵਾਜ਼ ਮਾਰਨ ਦੀ ਜ਼ਰੂਰਤ ਨਹੀਂ। ਉਹਨੂੰ ਜ਼ਰੂਰਤ ਹੈ ਆਪਣੇ ਅੰਦਰੋਂ ਵੇਖਣ ਦੀ। ਉਹਨੂੰ ਤੂੰ ਆਪਣੇ ਅੰਦਰੋਂ ਵੇਖ, ਆਪਣੇ ਅੰਦਰੋਂ ਸਮਝ। ਬਸ ਆ ਜਿਹੜਾ ਸਮਝ ਸ਼ਬਦ ਹੈ ਨਾ, ਇਹਨੂੰ ਹੀ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਦਸਮ ਦੁਆਰਾ। ਜਦੋਂ ਬੰਦੇ ਨੂੰ ਸਮਝ ਆ ਗਈ ਪਰਮਾਤਮਾ ਵਾਹਦ ਕੀ ਹਸਤੀ ਹੈ, ਇਹਦਾ ਦਸਮ ਦੁਆਰਾ ਪ੍ਰਗਟ ਹੋ ਗਿਆ। ਤੇ ਜਿੰਨੀ ਦੇਰ ਤੱਕ ਇਹਨੂੰ ਸਮਝ ਨਹੀਂ ਆਈ ਉਨੀ ਦੇਰ ਤੱਕ ਇਹ ਦਸਮ ਦੁਆਰਾ ਬੰਦ ਹੈ। ਇਹਨੂੰ ਥੋੜਾ ਜਿਹਾ ਹੋਰ ਬਾਣੀ ਵਿੱਚ ਸਮਝੋ, ਸਾਧ ਸੰਗਤ ਗੱਲ ਪਕੜ ਵਿੱਚ ਆਏ, ਕਿਉਂਕਿ ਵਿਸ਼ਾ ਬਹੁਤ ਗੰਭੀਰ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕੰਮ ਕਰ ਤੂੰ ਪਰਮਾਤਮਾ ਦੀ ਚਾਕਰੀ ਕਰ, ਰੱਬ ਦੀ ਬੰਦਗੀ ਕਰ। ਜਿਹਨੂੰ ਸਿਮਰਨ ਦੇ ਨਾਲ ਜੀਵਨ ਦੇ ਸਾਰੇ ਦੁੱਖ ਚਲੇ ਜਾਂਦੇ ਨੇ। ਕਬੀਰ ਅੱਲਾ ਕੀ ਕਰ ਬੰਦਗੀ, ਜਿਹ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟ ਹੈ। ਉਹਦੇ ਨਾਲ ਕੀ ਹੋਏਗਾ? ਉਹ ਸਾਈਂ ਉਹ ਕਰਤਾ ਉਹ ਮਾਲਕ ਤੇਰੇ ਹਿਰਦੇ ਵਿੱਚੋਂ ਪ੍ਰਗਟ ਹੋ ਜਾਏਗਾ। ਬੁਝੈ ਬੁਲੰਦੀ ਨਾਏ, ਉਹਦੇ ਨਾਮ ਦੇ ਨਾਲ ਤੇਰੇ ਅੰਦਰ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ, ਜਿਹੜੀ ਤੈਨੂੰ ਭਰਮ ਤੇ ਭਟਕਣਾ ਵਿੱਚ ਪਾ ਰਹੀ ਹੈ। ਤੇਰੇ ਨਾ ਰੁਕਣ ਦਾ ਨਾ ਥਿਰ ਰਹਿਣ ਦਾ ਕਾਰਨ ਹੀ ਇਹ ਹੈ ਕਿ ਤੇਰੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਉਹ ਕਿਸੇ ਢੰਗ ਨਾਲ ਬੁਝੇਗੀ ਤੇ ਤੈਨੂੰ ਸਮਝ ਆਏਗੀ। ਇੱਕ ਬਚਨ ਤੁਸੀਂ ਹੋਰ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰੋਂ। ਪਾਤਸ਼ਾਹ ਕਹਿੰਦੇ ਨੇ, ਇਹ ਸਰੀਰ ਸਭ ਧਰਮ ਹੈ। ਆ ਜਿਹੜਾ ਸਰੀਰ ਹੈ ਨਾ, ਸਤਿਗੁਰ ਕਹਿੰਦੇ ਨੇ ਇਹ ਪਰਮਾਤਮਾ ਦਾ ਬਣਾਇਆ ਹੋਇਆ ਉਹ ਢਾਂਚਾ ਹੈ ਜਿੰਦੇ ਅੰਦਰ ਹੀ ਧਰਮ ਹੈ। ਧਰਮ ਕਿਤੇ ਬਾਹਰ ਨਹੀਂ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਜਿੰਦੇ ਅੰਦਰ ਕਰਤੇ ਦੀ ਜੋਤ ਹੈ, ਪਰਮਾਤਮਾ ਦੀ ਜੋਤ ਹੈ। ਉਹ ਜੋਤ ਨਾਲ ਸਰੀਰ ਚੱਲ ਰਿਹਾ। ਹਰ ਜੀਓ ਗੁਫਾ ਅੰਦਰ ਰੱਖ ਕੇ, ਜੀਓ ਜਿੰਦ, ਗੁਫਾ ਸਰੀਰ। ਕਿਉਂਕਿ ਪੁਰਾਣੇ ਯੋਗ ਮਤ ਦੇ ਅਨੁਸਾਰ ਗੁਫਾ ਦੇ ਵਿੱਚ ਬਹਿ ਕੇ ਧਿਆਨ ਟਿਕਾਣਾ, ਸਾਧਨਾ ਕਰਨਾ ਔਰ ਸਾਧਨਾ ਕਰਨਾ, ਇਹਨੂੰ ਯੋਗ ਮਤ ਦੇ ਅੰਦਰ ਉਸ਼੍ਰੇਸ਼ਟ ਕਰਮ ਮੰਨਿਆ ਗਿਆ। ਔਰ ਉਹਨਾਂ ਦੇ ਅਨੁਸਾਰ ਬੰਦਾ ਆਪਣੇ ਅੰਦਰੋਂ ਦਸਮ ਦੁਆਰੇ ਨੂੰ ਇਸ ਢੰਗ ਨਾਲ ਹੀ ਪ੍ਰਗਟ ਕਰ ਸਕਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਵੇਖ ਪਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ। ਹਰ ਰੱਬ ਜੀ ਪਰਮਾਤਮਾ ਜੀ ਜੀਓ ਗੁਫਾ ਅੰਦਰ ਰੱਖ ਕੇ ਉਹਨੇ ਆ ਸਰੀਰ ਇੱਕ ਗੁਫਾ ਬਣਾਈ ਹੈ। ਇਸ ਗੁਫਾ ਦੇ ਅੰਦਰ ਉਹਨੇ ਜਿੰਦ ਟਿਕਾ ਦਿੱਤੀ, ਉਹਨੇ ਇਹ ਜੋਤ ਪਾ ਦਿੱਤੀ ਆਪਣੀ।
ਵਾਜਾ ਪਵਨ ਵਜਾਇਆ, ਤੇ ਇਹਦੇ ਅੰਦਰ ਵਾਜਾ ਪਵਨ ਹਵਾ ਦਾ ਵਾਜਾ ਵੱਜ ਰਿਹਾ, ਸਵਾਸ ਚੱਲ ਰਹੇ ਨੇ। ਧਿਆਨ ਦੇਣਾ, ਜਗਤ ਦਾ ਮੂਲ ਹੈ ਪਵਨ, ਹਵਾ। ਜੇ ਹਵਾ ਨਹੀਂ ਤੇ ਖਿਆਲ ਕਰਿਓ ਫਿਰ ਕੁਝ ਵੀ ਨਹੀਂ। ਬੰਦਾ ਪਾਣੀ ਤੋਂ ਬਿਨਾਂ ਕੁਝ ਸਮਾਂ ਜੀਵਤ ਰਹਿ ਸਕਦਾ ਹੈ, ਖਾਣੇ ਤੋਂ ਬਿਨਾਂ ਕੁਝ ਸਮਾਂ ਜੀਵਤ ਰਹਿ ਸਕਦਾ ਹੈ, ਪਰ ਖਿਆਲ ਕਰਿਓ ਸਵਾਸ ਤੋਂ ਬਿਨਾਂ, ਹਵਾ ਤੋਂ ਬਿਨਾਂ ਬੰਦਾ 1 ਮਿੰਟ ਵੀ ਜੀਵਤ ਨਹੀਂ ਰਹਿ ਸਕਦਾ। ਸਾਧ ਸੰਗਤ, ਆਪਾਂ ਕਿੰਨੀ ਕੁ ਦੇਰ ਤੱਕ ਆਪਣੇ ਸਵਾਸਾਂ ਨੂੰ ਰੋਕ ਕੇ ਰੱਖ ਸਕਦੇ ਹਾਂ? ਜ਼ਿਆਦਾ ਤੋਂ ਜ਼ਿਆਦਾ ਕੋਈ ਵੱਧ ਤੋਂ ਵੱਧ ਵੀ ਅਭਿਆਸ ਕਰੇਗਾ, ਕੋਈ 2 ਮਿੰਟ, ਕੋਈ 3 ਮਿੰਟ, ਮੈਂ ਕਹਿੰਦਾ ਵੱਧ ਤੋਂ ਵੱਧ 5 ਮਿੰਟ ਰੋਕ ਲਏਗਾ। ਇਸ ਤੋਂ ਵੱਧ ਕੇ ਆਪਣੇ ਸਵਾਸ ਤੇ ਨਹੀਂ ਰੋਕ ਸਕਦਾ ਅਭਿਆਸ ਕਰਿਆ ਵੀ। ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਤੇ ਨਾਲ ਬਚਨ ਕਿਹਾ ਗੁਹਜ ਰਤਨ ਵਿੱਚ ਲੁਕ ਰਹੇ। ਇਹਦੇ ਅੰਦਰ ਬੜੇ ਕੀਮਤੀ ਰਤਨ ਰੱਬ ਨੇ ਪਾਏ ਨੇ, ਜਿਹੜੇ ਲੁਕੇ ਹੋਏ ਨੇ। ਆ ਜਿਹੜੀ ਲੁਕੇ ਹੋਏ ਰਤਨ ਨੇ ਨਾ, ਇਹ ਪ੍ਰਗਟ ਹੋਣਗੇ ਮਤ ਵਿੱਚੋਂ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਤੁਸੀਂ ਹੋਰ ਪੜ੍ਹਦੇ ਹੋ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਗੱਲ ਸਮਝ ਵਿੱਚ ਆਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਨਿਕ। ਤੇਰੀ ਮਤ ਦੇ ਅੰਦਰ ਕੀਮਤੀ ਰਤਨ ਨੇ, ਜਵਾਹਰ ਨੇ, ਮਾਨਕ ਨੇ। ਹੁਣ ਜਦੋਂ ਕੀਮਤੀ ਰਤਨਾਂ ਦੀ ਗੱਲ ਆ ਗਈ, ਮਾਨਕ ਦੀ ਗੱਲ ਆ ਗਈ, ਇਹ ਭਾਵਪੂਰਤ ਸ਼ਬਦ ਨੇ। ਇਹ ਉਹ ਮਾਨਕ ਰਤਨ ਨਹੀਂ ਜਿਹੜੇ ਕਿਸੇ ਜੋਰੀ ਦੀ ਦੁਕਾਨ ਤੋਂ ਮਿਲਣਗੇ, ਉਹ ਮਤ ਵਿੱਚ ਨਹੀਂ। ਮਤ ਵਿੱਚ ਨੇ ਕੀਮਤੀ ਸ਼ਬਦ ਰੂਪੀ ਰਤਨ ਜਵਾਹਰ ਮਾਨਕ, ਕੀਮਤੀ ਗੁਣਾ ਰੂਪੀ ਰਤਨ ਜਵਾਹਰ ਮਾਨਕ। ਪਰ ਸਤਿਗੁਰ ਕਹਿੰਦੇ ਨੇ ਪ੍ਰਗਟ ਕਿਵੇਂ ਹੋਣਗੇ? ਇਹਨੂੰ ਸਭ ਕਹਿ ਰਹੇ ਨੇ ਪ੍ਰਗਟ ਕਰਨ ਦੀ ਜੁਗਤ ਕੀ ਹੈ? ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਜਿਹਨੂੰ ਸਤਿਗੁਰ ਕਹਿ ਰਹੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ, ਉਹਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ 10ਵਾਂ ਗੁਪਤ ਰਖਾਇਆ। ਹੁਣ ਇਹ ਜਿਹੜਾ ਗੁਪਤ ਰੱਖਿਆ ਹੋਇਆ ਪ੍ਰਗਟ ਕਿਵੇਂ ਹੋਏਗਾ? ਬਾਬਾ ਨਾਨਕ ਜੀ ਕਹਿੰਦੇ ਨੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਇੱਕ ਸਿੱਖਿਆ ਨੂੰ ਆਪਣੇ ਪੱਲੇ ਬੰਨ ਲੈ, ਸੁਣ ਲਵੇ। ਗੁਰੂ ਦੀ ਸਿੱਖਿਆ ਤੈਨੂੰ 10ਮ ਦੁਆਰ ਤੱਕ ਲੈ ਕੇ ਜਾ, ਭਾਵ ਤੈਨੂੰ ਉਸ ਵਿਚਾਰ ਤੱਕ ਲੈ ਕੇ ਜਾਏਗੀ ਜਿਸ ਵਿਚਾਰ ਦੇ ਨਾਲ ਤੂੰ ਪਰਮਾਤਮਾ ਦੇ ਦਰ ਤੋਂ ਸੋਝ ਪ੍ਰਾਪਤ ਕਰਕੇ ਆਪਣੇ ਅੰਦਰ ਨੂੰ ਸਮਝ ਲਏਗਾ। ਇੱਕ ਬਚਨ ਤੁਸੀਂ ਸੂਹੀ ਰਾਗ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਹੋਰ ਪੜ੍ਹਦੇ ਹੋ। ਮੇਰਾ ਯਤਨ ਹੈ ਵੀ ਗੱਲ ਆਪਾਂ ਨੂੰ ਸਮਝ ਆ ਜਾਏ, ਜਿਹੜੇ ਬਚਨ ਸਤਿਗੁਰ ਨੇ ਬਖਸ਼ਿਸ਼ ਕੀਤੇ ਨੇ। ਕਿਉਂਕਿ ਬੜੀ ਵਾਰੀ ਐਸਾ ਸਵਾਲ ਕੀਤਾ ਜਾਂਦਾ ਜੀ, 10ਮ ਦੁਆਰਾ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਸੌਖੇ ਸ਼ਬਦਾਂ ਵਿੱਚ ਬਿਆਨ ਕਰ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨਾ ਪੜ੍ਹਦੇ ਸਾਹਿਬ ਕਹਿੰਦੇ ਨੇ, ਭਾਂਡਾ ਧੋਏ ਧੋਤਾ, ਜੇਕਰ ਸਰੀਰ ਰੂਪੀ ਭਾਂਡੇ ਨੂੰ ਤੂੰ ਮਲ ਮਲ ਕੇ ਧੋ ਵੀ ਲੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਬਾਹਰੋਂ ਭਾਂਡਾ ਧੋ ਲਿਆ ਪਰ ਚੰਗਾ ਤੇ ਅੰਦਰੋਂ ਨਹੀਂ ਹੋਇਆ ਨਾ। ਬਾਹਰੋਂ ਤੇ ਸਾਫ਼ ਹੋ ਗਿਆ ਪਰ ਅੰਦਰ ਮਲੀਨ ਹੈ। ਹੁਣ ਸਤਿਗੁਰ ਕਹਿੰਦੇ ਨੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਦਰ ਤੇ ਆ, ਗੁਰੂ ਕੋਲੋਂ ਆਏਗਾ ਤੇ ਤੈਨੂੰ ਸੋਝੀ ਆਏਗੀ। ਹੁਣ ਗੁਰੂ ਕੋਲੋਂ ਸੋਝੀ ਆ ਤਾਂ ਹੀ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਕਹਿੰਦੇ ਨੇ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਸ਼ਤ, ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੁੰਜੀ ਹੱਥ। हे ਨਾਨਕ ਜੀ, ਗੁਰੂ ਤੋਂ ਬਿਨਾ ਤੇਰੇ ਮਨ ਦਾ ਤਾਗ ਨਹੀਂ ਪੈ ਉਗੜਨਾ, ਖੁੱਲਣਾ। ਇਹ ਗੁਰੂ ਤੋਂ ਬਿਨਾ ਤੂੰ ਆਪਣੇ ਅੰਦਰ ਦੇ 10ਮ ਦੁਆਰੇ ਨੂੰ ਨਹੀਂ ਸਮਝ ਸਕਦਾ, ਆਪਣੀ ਮਤ ਨੂੰ ਨਹੀਂ ਪੜ੍ਹ ਸਕਦਾ। ਅੱਖਾਂ ਦਾ ਕਰਮ ਹੈ ਵੇਖਣਾ, ਪਰ ਧਿਆਨ ਦੇਣਾ ਕਿ ਅੱਖਾਂ ਉਹ ਵੇਖ ਰਹੀਆਂ ਨੇ ਜੋ ਇਹਨਾਂ ਨੂੰ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਵੇਖਣ ਦੀ ਗੱਲ ਕਰਦੇ ਨੇ। ਕੱਲ ਆਪਾਂ ਬਚਨ ਪੜ੍ਹੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸ਼ਰਵਨੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਹੁਣ ਇਹਨਾਂ ਦਾ ਕਰਮ ਕਿਦੋਂ ਸਮਝ ਵਿੱਚ ਆਏਗਾ? ਜਦੋਂ ਬੰਦਾ ਆਪਣੇ ਅੰਦਰ 10ਮ ਦੁਆਰ ਭਾਵ ਆਪਣੀ ਸੁਰਤ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਏਗਾ। ਜਦੋਂ ਸੁਰਤ ਦੇ ਅੰਦਰ ਪਰਮਾਤਮਾ ਨੂੰ ਜਾਣ ਲਏਗਾ, ਫਿਰ ਇਹ ਆਪਣੇ ਅੰਦਰ ਇਹਨਾਂ ਕਰਮ ਇੰਦਰੀਆਂ ਨੂੰ ਪ੍ਰੇਰਨਾ ਦੇ ਸਕਦਾ ਹੈ ਕਿ ਤੁਹਾਡਾ ਕਰਮ ਕੀ ਹੈ ਤੇ ਤੁਸੀਂ ਕੀ ਕਰ ਰਹੇ ਹੋ। ਤੇ ਜੇ ਮਤ ਵਿੱਚ ਇਸ ਗੱਲ ਦੀ ਸਮਝ ਨਹੀਂ ਆਈ, ਗੁਰੂ ਦੀ ਸਿੱਖਿਆ ਨਾਲ ਅੰਦਰ ਨੂੰ ਉਗਾੜਿਆ ਨਹੀਂ,
ਤੇ ਇੱਕ ਗੱਲ ਚੇਤੇ ਰੱਖਿਓ, ਫਿਰ ਸਾਰੀ ਜ਼ਿੰਦਗੀ ਬਾਹਰ ਮੁਖੀ ਪਦਾਰਥ ਤੇ ਕਰਮ ਕਰਦਿਆਂ ਬਤੀਤ ਹੋ ਜਾਂਦੀ। ਬੰਦਾ ਉਹਨਾਂ ਨੂੰ ਜੀਵਨ ਦਾ ਸੱਚ ਸਮਝ ਲੈਂਦਾ ਹੈ, ਜਦ ਕਿ ਉਹ ਚੀਜ਼ਾਂ ਮਿਥਿਆ ਨੇ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਬਚਨ ਕਹੇ ਨੇ, ਹਰ ਜਿਉ ਗੁਫਾ ਅੰਦਰ ਰੱਖ ਕੇ। ਪਰਮਾਤਮਾ ਜੀ ਨੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਦੇ ਅੰਦਰ ਰੱਖਿਆ ਹੈ। ਵਾਜਾ ਪਵਨ ਵਜਾਇਆ ਤੇ ਹਵਾ ਦਾ ਵਾਜਾ ਵਜਾ ਦਿੱਤਾ, ਭਾਵ ਸਵਾਸਾਂ ਦੀ ਪੂੰਜੀ ਦੇ ਦਿੱਤੀ, ਜਿੰਦੇ ਨਾਲ ਇਹ ਜਿੰਦ ਅੰਦਰ ਕਰਮ ਕਰ ਰਹੀ ਹੈ। ਖਿਆਲ ਕਰਿਓ, ਸਵਾਸ ਆ ਰਹੇ ਨੇ ਤੇ ਸਰੀਰ ਚੱਲ ਰਿਹਾ ਹੈ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ। ਸਤਿਗੁਰ ਨੇ ਇਸੇ ਕਰਕੇ ਸ਼ਬਦ ਆਖੇ ਨੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇੱਕ ਬਚਨ ਤੁਸੀਂ ਸਤਿਗੁਰਾਂ ਦਾ ਪੜ੍ਹਦੇ ਹੋ, ਜਦੋਂ ਸਤਿਗੁਰਾਂ ਦੀ ਜੋਗੀਆਂ ਨਾਲ ਮੁਲਾਕਾਤ ਹੁੰਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੋਗੀਆਂ ਦਾ ਸਵਾਲ ਹੁੰਦਾ ਹੈ ਵੀ ਨਾਨਕ ਜੀ ਤੁਸੀਂ ਕਿਰਪਾ ਕਰਕੇ ਇਹ ਦੱਸੋ ਵੀ ਕਿੰਦੇ ਤੁਹਾਡਾ ਗੁਰੂ ਕੌਣ ਹੈ, ਕਿੰਦੇ ਤੁਸੀਂ ਚੇਲੇ ਹੋ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਮੇਰਾ ਗੁਰੂ ਹੈ ਤੇ ਉਸ ਗੁਰੂ ਦੇ ਚਰਨਾਂ ਦੇ ਵਿੱਚ ਮੈਂ ਆਪਣੀ ਸੁਰਤ ਨੂੰ ਸਮਰਪਿਤ ਕਰ ਦਿੱਤਾ ਹੈ। ਜਦੋਂ ਸ਼ਬਦ ਗੁਰੂ ਨਾਲ ਜੁੜ ਗਈ, ਜਦੋਂ ਸੁਰਤ ਸ਼ਬਦ ਨਾਲ ਜੁੜ ਗਈ, ਇਹਨੂੰ ਮੇਰੇ ਸਤਿਗੁਰ ਕਹਿੰਦੇ ਨੇ ਇਹ ਦਸਮ ਦੁਆਰਾ ਪ੍ਰਗਟ ਹੋ ਗਿਆ। ਇਸ ਦਸਮ ਦੁਆਰੇ ਦੇ ਅੰਦਰ ਪਏ ਹੋਏ ਕੀਮਤੀ ਰਤਨ ਨੂੰ ਸਮਝ ਆ ਗਏ। ਇਹਨੂੰ ਗੁਰੂ ਰਾਮਦਾਸ ਕਹਿੰਦੇ ਨੇ, ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਤਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖੀ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਹੁਣ ਸਮਝ ਆ ਗਈ, ਜਦੋਂ ਗੁਰੂ ਨੇ ਆਪਣਾ ਨਾਮ ਦੇ ਦਿੱਤਾ, ਹੁਣ ਸਮਝ ਆ ਗਈ, ਗੁਰਮਤਿ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਹੁਣ ਮੈਨੂੰ ਪਰਮਾਤਮਾ ਦੇ ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਇਸ ਗੁਰਮਤਿ ਨਗਰੀ ਦੇ ਅੰਦਰ ਹੋ ਗਈ। ਇਸ ਸਰੀਰ ਰੂਪੀ ਨਗਰੀ ਦੇ ਅੰਦਰੋਂ ਜਦੋਂ ਮੈਨੂੰ ਖੋਜਿਆ ਗੁਰੂ ਦੀ ਮਤ ਨਾਲ, ਹੁਣ ਉਹ ਮੈਨੂੰ ਅੰਦਰੋਂ ਪ੍ਰਾਪਤ ਹੋ ਗਿਆ, ਜਿਹਨੂੰ ਮੈਂ ਸਾਰੀ ਜ਼ਿੰਦਗੀ ਬਾਹਰੋਂ ਲੱਭ ਰਿਹਾ ਸੀ। ਕਿਉਂਕਿ ਜੋਗ ਮਤ ਬਾਹਰੋਂ ਲੱਭਣ ਦੀ ਗੱਲ ਕਰਦਾ ਹੈ, ਔਰ ਜੋਗ ਮਤ ਤੋਂ ਪ੍ਰਭਾਵਿਤ ਹੋ ਕੇ ਅਸੀਂ ਵੀ ਇਹੀ ਗੱਲਾਂ ਸਾਰੀ ਜ਼ਿੰਦਗੀ ਕਰਨੇ ਆ ਵੀ ਸ਼ਾਇਦ ਦਸਮ ਦੁਆਰਾ ਕਿਤੇ ਬਾਹਰ ਹੈ, ਜਿਹਨੂੰ ਪ੍ਰਗਟ ਕਰਨਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਤੇਰੀ ਮਤ ਦਸਮ ਦੁਆਰ ਹੈ। ਇਹ ਜਿੰਨੀ ਦੇਰ ਤੱਕ ਗੁਰੂ ਦੀ ਸਿੱਖਿਆ ਨਾਲ ਨਹੀਂ ਜੁੜੀ, ਇਹ ਦਸਮ ਦੁਆਰਾ ਬੰਦ ਹੈ। ਜਿਸ ਦਿਨ ਇਹ ਗੁਰੂ ਦੀ ਮਤ ਨਾਲ ਜੁੜ ਜਾਂਦੀ ਹੈ, ਇਹ ਪ੍ਰਗਟ ਹੋ ਜਾਂਦੀ ਹੈ, ਇਹਨੂੰ ਅੰਦਰੋਂ ਰਤਨ ਜਵਾਹਰ ਮਾਨਕ ਕੀਮਤੀ ਸ਼ਬਦ ਸਮਝ ਵਿੱਚ ਆ ਜਾਂਦਾ ਹੈ। ਉਸ ਦਿਨ ਇਹਦੇ ਅੰਦਰੋਂ ਇਹਨੂੰ ਉਹ ਕੁਝ ਮਿਲ ਜਾਂਦਾ ਹੈ ਜੋ ਸਾਰੀ ਜ਼ਿੰਦਗੀ ਇਹ ਬਾਹਰੋਂ ਖੋਜ ਰਿਹਾ ਸੀ, ਜਿਹਨੂੰ ਸਤਿਗੁਰ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਪੂਹਪ ਮਤ ਜੋ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ। ਹੁਣ ਇਹ ਬਚਨਾਂ ਦੀ ਸਮਝ ਤੇ ਤਾਂ ਹੀ ਆਏਗੀ ਜੇ ਮਤ ਵਿੱਚੋਂ ਰਤਨ ਜਵਾਹਰ ਪ੍ਰਗਟ ਹੋ ਜਾਣਗੇ ਤੇ। ਨਹੀਂ ਤੇ ਜਗਤ ਵਿੱਚ, ਸੰਸਾਰ ਵਿੱਚ ਬੰਦਾ ਅੱਜ ਵੀ ਜੰਗਲਾਂ ਵਿੱਚ ਭਟਕ ਰਿਹਾ ਹੈ, ਅੱਜ ਵੀ ਤਨ ਨੂੰ ਕੱਪੜਿਆਂ ਤੋਂ ਵਿਹੂਣਾ ਰੱਖ ਕੇ ਰੱਬ ਦੀ ਖੋਜ ਕਰ ਰਿਹਾ ਹੈ, ਤਨ ਨੂੰ ਤਪਾ ਕੇ ਰੱਬ ਦੀ ਖੋਜ ਦੀ ਗੱਲ ਕਰਦਾ ਹੈ, ਅੱਜ ਵੀ ਕਰ ਰਿਹਾ। ਸਰੀਰ ਦੀ ਸਾਧਨਾ ਨੂੰ ਹੀ ਧਰਮ ਦਾ ਮੁੱਖ ਅੰਗ ਮੰਨੀ ਜਾਂਦਾ ਹੈ, ਪਰ ਇਹ ਸੁਰਤ ਦੀ ਸਾਧਨਾ ਹੈ। ਪਾਤਸ਼ਾਹ ਕਹਿੰਦੇ ਨੇ, ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਪਰਿਆਲਾ, ਆਲੇ ਪੀਤਰ ਥਾਤੀ। ਪਰਮਾਤਮਾ ਨੇ ਇਸ ਅਮੋਲਕ ਵਸਤੂ ਨੂੰ ਸਾਡੀ ਮਤ ਵਿੱਚ ਟਿਕਾਇਆ। ਜਿੱਦਨ ਇਹ ਪ੍ਰਗਟ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ, ਉਦਨ ਸਭ ਕੁਝ ਸਮਝ ਆ ਜਾਏਗਾ। ਜਿੰਨੀ ਦੇਰ ਤੱਕ ਇਹ ਸੁੱਤੀ ਹੋਈ ਹੈ, ਉਨੀ ਦੇਰ ਤੱਕ ਕੁਝ ਵੀ ਸਮਝ ਨਹੀਂ ਆਏਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸੇ ਕਰਕੇ ਕਹਿ ਰਹੇ ਨੇ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ। ਗੁਰੂ ਨੇ ਕਿਰਪਾ ਕਰਕੇ ਅੰਦਰ ਪਵਨ ਹਵਾ ਦਾ ਵਾਜਾ ਵਜਾਇਆ। ਵੇਖੋ, ਵਾਜੇ ਸ਼ਬਦ ਦੇ ਜਦੋਂ ਅਸੀਂ ਕੋਈ ਵੀ ਇਨਸਾਨ ਹਾਰਮੋਨੀਅਮ ਤੇ ਬੈਠਦੇ ਆ, ਉਹਦੇ ਅੰਦਰ ਹਵਾ ਪੱਖੇ ਦੇ ਨਾਲ ਭਰੀ ਜਾਂਦੀ ਹੈ। ਉਹ ਹਵਾ ਤਾਰਾਂ ਦੇ ਨਾਲ ਟਕਰਾ ਕੇ ਤੇ ਅੰਦਰੋਂ ਸਾਊਂਡ ਆਵਾਜ਼ ਪ੍ਰਗਟ ਕਰਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸਰੀਰ ਵੀ ਇੱਕ ਵਾਜਾ ਹੈ। ਇਹ ਪ੍ਰਮਾਤਮਾ ਇਹਦੇ ਅੰਦਰ ਸਵਾਸ ਪਾਏ ਨੇ ਤੇ ਇਹ ਸਵਾਸ ਜਦੋਂ ਅੰਦਰ ਟਕਰਾਉਂਦੇ ਨੇ
ਤੇ ਫਿਰ ਅੰਦਰੋਂ ਸ਼ਬਦ ਦਾ ਪ੍ਰਗਟਾਵਾ ਹੁੰਦਾ, ਅੰਦਰੋਂ ਸ਼ਬਦ ਪ੍ਰਗਟ ਹੁੰਦੇ ਨੇ। ਧਿਆਨ ਦੇਣਾ, ਸਭ ਕੁਝ ਸ਼ਬਦਾਂ ਦੇ ਨਾਲ ਹੀ ਹੈ। ਜੇ ਸ਼ਬਦ ਨਾ ਹੋਣ, ਬੰਦਾ ਜੀਵਨ ਦੇ ਹਰ ਭਾਵ ਨੂੰ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਦਾ ਹੈ। ਜੇ ਸ਼ਬਦ ਨਾ ਹੋਣ ਤੇ ਕੁਝ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ। 9 ਦੁਆਰੇ ਪ੍ਰਗਟ ਕਰ ਦਿੱਤੇ ਪਰਮਾਤਮਾ ਨੇ। 1 ਮੂੰਹ, 2 ਕੰਨ, 2 ਅੱਖਾਂ, 2 ਨਾਸਿਕਾਂ ਔਰ 2 ਉਹ ਇੰਦਰੀਆਂ ਜਿਹੜੀਆਂ ਗੰਦਗੀ ਨੂੰ ਬਾਹਰ ਕੱਢਦੀਆਂ ਨੇ। ਪਾਤਸ਼ਾਹ ਕਹਿੰਦੇ ਨੇ 9 ਦੁਆਰੇ, ਤੇ ਨਾਲ ਸਾਹਿਬ ਕਹਿੰਦੇ ਨੇ 10ਵਾਂ ਗੁਪਤ ਰਖਾਇਆ। ਇਹ ਜਿਹੜਾ ਮਤ ਰੂਪੀ ਦਰਵਾਜ਼ਾ ਹੈ, ਮਤ ਰੂਪੀ 10ਵਾਂ ਦੁਆਰੇ, ਸਾਹਿਬ ਕਹਿੰਦੇ ਨੇ ਇਹ ਗੁਰੂ ਦੀ ਵਿਚਾਰ ਦੇ ਨਾਲ ਪ੍ਰਗਟ ਹੋਣਾ ਹੈ। ਇਹ ਗੁਪਤ ਹੈ। ਗੁਰੂ ਦੁਆਰੇ ਲਾਏ ਭਾਵਨੀ। ਜਦੋਂ ਤੂੰ ਗੁਰੂ ਦੇ ਦਰ ਤੇ ਭਾਵਨਾ ਨਾਲ ਆਏਗਾ, ਭਾਵਨੀ ਦਾ ਮਤਲਬ ਹੈ ਸ਼ਰਧਾ, ਭਾਵਨਾ, ਪਿਆਰ। ਜਦੋਂ ਸਤਿਗੁਰ ਦੇ ਦਰ ਤੇ ਆਪਣਾ ਪਿਆਰ ਬਣਾ ਲਏਗਾ, ਗੁਰੂ ਦੇ ਸ਼ਬਦ ਨਾਲ ਸੁਰਤ ਨੂੰ ਜੋੜ ਲਏਗਾ, ਫਿਰ ਤੈਨੂੰ ਸਮਝ ਆ ਜਾਏਗੀ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ, ਗੁਰੂ ਦੁਆਰੇ ਲਾਏ ਭਾਵਨੀ। ਜਦੋਂ ਗੁਰੂ ਦੇ ਦਰ ਤੇ ਭਾਵਨਾ ਬਣ ਗਈ, ਪਿਆਰ ਬਣ ਗਿਆ, ਸਤਿਗੁਰ ਕਹਿੰਦੇ ਨੇ ਫਿਰ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਬਿਰਗ ਨਾ ਜਾਣੇ, ਭ੍ਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤੇ ਆਪ ਖੁਆਇਆ, ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ, ਗੁਰਦੁਆਰੇ ਲਾਏ ਪਾਵਨੀ। ਗੁਰੂ ਦੇ ਦਰ ਤੇ ਜਦੋਂ ਪਿਆਰ ਬਣ ਗਿਆ, 1 ਨਾ 10ਵਾਂ ਦੁਆਰ ਦਿਖਾਇਆ। ਉਹ ਜਿੰਨਾ ਪਿਆਰ ਬਣਾਇਆ, ਸਤਿਗੁਰ ਕਹਿੰਦੇ ਨੇ ਉਹਨਾਂ ਇੱਕ ਜਣਾ ਨੂੰ, ਉਹਨਾਂ ਗੁਰਮੁਖਾਂ ਨੂੰ ਇਸ 10ਵੇਂ ਦੁਆਰੇ ਦੀ ਸਮਝ ਆ ਗਈ। ਇਹ ਮਤ ਹੈ ਜਿਹਨੂੰ ਗੁਰੂ ਦਾ ਉਪਦੇਸ਼ ਪਾ ਕੇ ਸਮਝਣਾ ਹੈ, ਅੰਦਰੋਂ ਮਤ ਵਿੱਚੋਂ ਗੁਣਾਂ ਨੂੰ ਪ੍ਰਗਟ ਕਰਨਾ ਹੈ। ਸਭ ਖਜ਼ਾਨਾ ਇਹਦੇ ਅੰਦਰ ਹੀ ਹੈ। ਸਿਰਫ ਪ੍ਰਗਟ ਕਰਨ ਦੇ ਲਈ ਗੁਰੂ ਦੀ ਮਤ ਦੀ ਜ਼ਰੂਰਤ ਹੁੰਦੀ ਹੈ। ਜਿੱਦਨ ਗੁਰੂ ਦਾ ਸਿਧਾਂਤ, ਗੁਰੂ ਦੀ ਮਤ, ਗੁਰੂ ਦੀ ਦਿੱਤੀ ਹੋਈ ਅਕਲ ਮਿਲ ਜਾਂਦੀ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ, ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਅਸੀਂ ਸਤਿਗੁਰ ਜੀ ਅਗਿਆਨੀ, ਅਲਪ ਮਤ, ਥੋੜੀ ਮਤ ਵਾਲੇ, ਜਿਨ੍ਹਾਂ ਨੇ ਆਪਣੀ ਮਤ ਨੂੰ ਤੁਹਾਡੇ ਸ਼ਬਦ ਨਾਲ ਪਾ ਕੇ ਪ੍ਰਗਟ ਨਹੀਂ ਕੀਤਾ, ਤੁਹਾਡੀਆਂ ਕਈ ਵਾਰੀ ਦਿੱਤੀਆਂ ਹੋਈਆਂ ਚੇਤਾਵਨੀਆਂ ਨੂੰ ਵੀ ਅਸੀਂ ਜੀਵਨ ਵਿੱਚ ਸਮਝ ਨਹੀਂ ਪਾਉਂਦੇ। ਪਰ ਸਮਝ ਆ ਗਈ ਨਾ ਜਦੋਂ, ਫਿਰ ਪਾਤਸ਼ਾਹ ਕਹਿੰਦੇ ਨੇ, ਤਹਿ ਅਨੇਕ ਰੂਪ ਨਾਉ ਨਵਨਿਧ। ਫਿਰ ਸਮਝ ਆ ਗਈ, ਸਤਿਗੁਰ ਜੀ ਤੇਰੇ ਅਨੇਕਾਂ ਰੂਪ ਨੇ, ਅੱਜ ਉਹ ਪਸਾਰਿਆ ਤੇਰਾ ਹੀ ਹੈ। ਅਨੇਕਾਂ ਰੂਪ ਇਹ ਤੇਰੇ ਨੇ, ਅਨੇਕਾਂ ਨਾਮ ਇਹ ਤੇਰੇ ਨੇ, ਇਹ 9 ਨਿਧੀਆਂ ਖਜ਼ਾਨੇ ਤੇਰੇ ਨੇ, ਤਿਸ ਦਾ ਅੰਤ ਨਾ ਜਾਈ ਪਾਇਆ। ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਇਹ ਬੇਅੰਤ ਹੈ। ਜਿਹਨੂੰ ਬਾਬਾ ਨਾਨਕ ਕਹਿੰਦੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ। हे ਨਾਨਕ ਜੀ, ਇਹ ਆਖ ਉਸ ਪਰਿਪੂਰਨ ਪਰਮਾਤਮਾ ਪਿਆਰੇ ਮਾਲਕ ਸਤਿਗੁਰ ਨੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਦੇ ਅੰਦਰ ਰੱਖਿਆ ਹੈ, ਤੇ ਹਵਾ ਰੂਪੀ ਵਾਜਾ, ਹਵਾ ਰੂਪੀ ਸਵਾਸ ਰੂਪੀ ਵਾਜਾ ਵੱਜਦਾ ਹੈ। ਭਾਵ ਅੰਦਰ ਸਵਾਸ ਚੱਲਦੇ ਨੇ, ਤੇ ਇਸ ਗੁਫਾ ਦੇ ਅੰਦਰ ਜਿਹੜੀ ਮਾਲਕ ਨੇ ਆਪਣੀ ਜੋਤ ਟਿਕਾਈ ਹੈ, ਉਹ ਕਰਮ ਕਰਦੀ ਏ। ਉਹ ਕਰਮ ਕਰਦਿਆਂ ਜੇ ਤੂੰ ਆਪਣੀ ਮਤ ਵਿੱਚੋਂ ਪਰਮਾਤਮਾ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਤੇ ਸਤਿਗੁਰ ਕਹਿੰਦੇ ਨੇ, ਤੈਨੂੰ ਆਪਣੀ ਸੁਰਤ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾਣਾ ਪਏਗਾ। ਸ਼ਬਦ ਟਿਕਾਇਆ ਤੋਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਆਏਗੀ। ਬਾਹਰ ਮੁਖੀ ਭਟਕਣਾ ਉਦੋਂ ਹੀ ਮੁੱਕੇਗੀ ਜਿਸ ਦਿਨ ਤੂੰ ਆਪਣੇ ਅੰਦਰੋਂ, ਜਿਹਨੂੰ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ,
ਗੁਰਮਤਿ ਹਰ ਪਾਇਆ, ਮਾਇਆ ਮੋਹ ਪਰਜਾਲ, ਹਰ ਮੰਦਰ ਵਸਤ ਅਨੇਕ ਹੈ, ਨਵ ਨਿਧ ਨਾਮ ਸੰਭਾਲ, ਧਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਉਹ ਗੁਰਮੁਖ ਧਨ ਨੇ ਜਿਨ੍ਹਾਂ ਗੁਰੂ ਦੀ ਮੱਤ ਨਾਲ ਜੁੜ ਕੇ ਅੰਦਰੋਂ ਖੋਜ ਲਿਆ, ਲੱਭ ਲਿਆ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਕਹੇ ਨਾਨਕ ਹਰ ਪਿਆਰੇ ਜਿਉ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੈ ਭਾਈ, ਉਸ ਪਰਮਾਤਮਾ ਅਕਾਲ ਪੁਰਖ ਪਰ ਪਿਆਰੇ ਸਤਿਗੁਰ ਨੇ ਜਿਉ ਗੁਫਾ ਅੰਦਰ ਰੱਖ ਕੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਦੇ ਅੰਦਰ ਰੱਖਿਆ ਹੈ, ਤੇ ਵਾਜਾ ਭਾਵ ਸਵਾਸ ਚੱਲ ਰਹੇ ਨੇ। ਇਹ ਸਰੀਰ ਕੰਮ ਕਰ ਰਿਹਾ ਹੈ, ਗੁਫਾ ਦੇ ਅੰਦਰ ਜਿੰਦ ਕਰਮ ਕਰ ਰਹੀ ਹੈ। ਜਿੱਦਨ ਸਵਾਸਾਂ ਰੂਪੀ ਵਾਜਾ ਬੰਦ ਹੋ ਜਾਂਦਾ ਹੈ, ਉਹ ਦਿਨ ਇਹ ਵੀ ਸ਼ਾਂਤ ਹੋ ਜਾਂਦੀ ਹੈ। ਪਰ ਇਸ ਮੱਧ ਦੇ ਅੰਦਰੋਂ ਗੁਰੂ ਦੇ ਸ਼ਬਦ ਰਾਹੀਂ ਉਸ ਮਾਲਕ ਦੇ ਅਮੋਲਕ ਗੁਣਾਂ ਨੂੰ ਸਮਝਿਆ ਜਾ ਸਕਦਾ ਹੈ, ਅਮੋਲਕ ਗੁਣਾਂ ਨੂੰ ਵਿਹਾਜਿਆ ਜਾ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਨਾਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।